ਮੈਂ ਤੇਰੀਆਂ ਤੂੰ ਓ ਮੇਰੇ ਮੁਖ ਉੱਤੇ ਖੁਸ਼ੀਆਂ ਬਖੇਰੀਆਂ ਤੇਰੀਆਂ ਮੈਂ ਤੇਰੀ। ਪ੍ਰੇਜ਼ ਦ ਲੋਰਡ। ਯਿਸੂ ਕੁਝ ਵੀ ਕਰ ਸਕਦਾ ਵਿੱਚ ਅੱਜ ਤੁਹਾਡੀ ਆਪਣੀ ਕੁਲਵਿੰਦਰ ਕੇਂਦਰ ਤੁਹਾਡੇ ਵਾਸਤੇ ਆਰ ਡੇਲੀ ਬ੍ਰੈਡ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਅਸੀਂ ਅੱਜ ਦੋ ਚੀਜ਼ਾਂ ਦੇਖਣੀਆਂ ਨੇ। ਡਿਫਾਇਲਮੈਂਟ ਜਿਹਨੂੰ ਅਸੀਂ ਕਹਿੰਦਾ ਹੈ ਕਿ ਬੁਰਾਈ, ਦੂਸਰਾ ਅਸੀਂ ਦੇਖਣਾ ਹੈ ਦ ਲਾਸਟ ਐਂਡ ਦ ਫਸਟ, ਕਿ ਕਿਸ ਤਰੀਕੇ ਦੇ ਨਾਲ ਜੋ ਆਖਿਰ ਹੈ ਉਹ ਪਹਿਲਾ ਹੋ ਜਾਏਗਾ ਔਰ ਜੋ ਪਹਿਲਾ ਹੈ ਉਹ ਆਖਿਰ ਹੋ ਜਾਏਗਾ। ਅਸੀਂ ਸ਼ੁਰੂ ਕਰਾਂਗੇ ਮਾਰਕਸ ਦੀ ਅੰਜੀਲ ਦੇ 7ਵੇਂ ਚੈਪਟਰ ਦੀ 20ਵੀਂ ਆਇਤ ਤੋਂ ਲੈ ਕੇ 23ਵੀਂ ਆਇਤ ਤੱਕ। ਪਹਿਲੇ ਇੰਗਲਿਸ਼ ਵਿੱਚ ਐਂਡ ਫਿਰ ਅਸੀਂ ਇਹਨੂੰ ਪੰਜਾਬੀ ਵਿੱਚ ਦੇਖਾਂਗੇ। ਐਂਡ ਹੀ ਸੈਡ ਦੈਟ what comes out of man that defiles a man, for from within, out of the heart of man, proceed evil thoughts, adulteries, fornication, murder, theft, covetousness, wickedness, deceit, lewdness, and an evil eye, blasphemy, and pride and foolishness. All these evil things come from within a defiled and defilement. ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਕਿਹਾ ਕਿ ਫਿਰ ਉਹਨੇ ਕਿਹਾ ਕਿ ਮਨੁੱਖ ਦੇ ਅੰਦਰੋਂ ਜੋ ਨਿਕਲਦਾ ਹੈ, ਇਨਸਾਨ ਦੇ ਅੰਦਰੋਂ ਜੋ ਨਿਕਲਦਾ ਹੈ, ਉਹੀ ਆਦਮੀ ਨੂੰ ਭ੍ਰਿਸ਼ਟ ਕਰ ਦਿੰਦਾ ਹੈ, ਮਤਲਬ ਉਹਨੂੰ ਨਾਪਾਕ ਕਰ ਦਿੰਦਾ ਹੈ, ਕਿਉਂਕਿ ਉਹਦੇ ਅੰਦਰੋਂ ਇਨਸਾਨ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ ਚਕਾਰੀਆਂ, खून जनाकारियाँ, लोभ बदियाँ, छल मस्ती, बुरी नज़र, कुफर, हंकार, मूर्खताई वर्गियां चीज़ां निकलदियां ਹਨ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਹਨ ਤੇ ਇਹ ਇੱਕ ਆਦਮੀ ਨੂੰ ਨਾਪਾਕ, ਭ੍ਰਿਸ਼ਟ, ਗੰਦਾ ਕਰਦੀਆਂ ਹਨ। ਹੁਣ ਅਸੀਂ ਦੇਖਣਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਖੁਦਾ ਦੀ ਜ਼ੁਰਦ ਵਿੱਚ ਪਾਕ ਰੱਖ ਸਕਦੇ ਹਾਂ, ਕਿਉਂਕਿ ਖਿਆਲ ਜਿਹੜੇ ਨੇ ਕਿ ਇਹ ਸਾਨੂੰ, ਅਸੀਂ ਇਹ ਦੇਖਿਆ ਹੈ, ਪੜ੍ਹਿਆ ਆ, ਕਲਾਮ ਕਦੀ ਝੂਠ ਨਹੀਂ ਬੋਲਦਾ, ਇਹ ਅਟਲ ਰਹੇਗਾ। ਅਗਰ ਕਲਾਮ ਕਹਿੰਦਾ ਕਿ ਖਿਆਲ ਸਾਨੂੰ ਨਾਪਾਕ ਕਰਦੇ ਹਨ ਤਾਂ ਸਾਨੂੰ ਇਹਨਾਂ ਖਿਆਲਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ, ਇਹਨਾਂ ਦੇ ਉੱਤੇ ਸਾਨੂੰ ਇੱਕ ਕੰਟਰੋਲ ਰੱਖਣ ਦੀ ਲੋੜ ਹੈ, ਜਿਸ ਤਰ੍ਹਾਂ ਕਿ ਅਸੀਂ ਚਾਹੀਏ ਤੇ ਇਹਨਾਂ ਖਿਆਲਾਂ ਨੂੰ ਰੱਦ ਕਰ ਸਕਦੇ ਹਾਂ। ਅਸੀਂ ਇਹ ਦੇਖਣਾ, ਦ ਹਾਰਟ ਪ੍ਰੋਡਿਊਸ ਦ ਵਰਸਟ ਪਰਸਨ, the worst things in the world originate in the human heart. Those who worry about religious practices, putting great importance on not doing this or that, yet insist the following their heart to freely control their life, have no idea of the trap they are walking into. ਜਿਹੜਾ ਦਿਲ ਹੈ ਨਾ, ਉਹ ਇਨਸਾਨ ਦੇ ਅੰਦਰ ਬੜੀਆਂ ਗਲਤ ਜਿਹੜੀਆਂ ਇੱਛਾਵਾਂ ਉਹਨਾਂ ਨੂੰ ਪੈਦਾ ਕਰ ਦਿੰਦਾ ਅਤੇ ਦੁਨੀਆ ਜਿਹੜੀ ਆ ਉਹ ਇਨਸਾਨੀ ਦਿਲਾਂ ਨੂੰ ਗਲਤ ਚੀਜ਼ਾਂ ਜਿਹੜੀਆਂ ਉਹਦੇ ਪੈਦਾ ਹੋਣ ਕਰਨ ਲਈ ਵਰਤਦੇ ਆ। ਦੋ ਜਿਹੜੇ ਵੀ ਧਾਰਮਿਕ ਖਿਆਲਾਂ ਦੀ ਪ੍ਰੈਕਟਿਸਿਸ ਕਰਦੇ ਆ, ਜਿਹੜੀਆਂ ਚੀਜ਼ਾਂ ਉਹ ਕੁਛ ਥੋੜ੍ਹਾ ਜਿਹਾ ਇੱਥੋਂ ਕਰ ਲਿਆ, ਥੋੜ੍ਹਾ ਜਿਹਾ ਇੱਥੇ ਕਰ ਲਿਆ, ਪਰ ਜਿਹਨਾਂ ਦਾ ਆਪਣਾ ਦਿਲ ਜਿਹੜਾ ਹੈ ਨਾ, ਉਹ ਉਹਨਾਂ ਦੇ ਆਪਣੇ ਕਬਜ਼ੇ ਵਿੱਚ ਨਹੀਂ ਹੈਗਾ, ਬਲਕਿ ਦਿਲ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈਂਦਾ ਆ। ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਦਿਲ ਦੇ ਕਬਜ਼ੇ ਦੇ ਰਾਹੀਂ ਆਪਣੇ ਰਸਤੇ ਦੇ ਵਿੱਚੋਂ ਨਿਕਲਦੇ ਹੋਏ ਬੁਰਾਈ ਦੇ ਰਸਤੇ 'ਤੇ ਪੈ ਜਾਂਦੇ ਨੇ। Those who try to remain in faith just by keeping up their Christian appearance will fall sooner or later. The source of all these defiles a man in the heart. The heart is the source of emotions, feeling. It's fickle, rebellious and corrupt. If you cannot control your emotions, they'll control your life, and if they control your life, you're lost. ਇੱਥੇ ਕਿਹਾ ਹੈ ਕਿ ਅਗਰ ਅਸੀਂ ਸਿਰਫ ਉੱਪਰੋਂ ਦਿਖਾਵੇ ਦੇ ਕ੍ਰਿਸਚੀਅਨ ਲੱਗਦੇ ਹਾਂ, ਦਿਖਾਵੇ ਦੇ ਅਸੀਂ ਮਸੀਹ ਨੂੰ ਅਪਣਾਇਆ, ਪਰ ਅਸੀਂ ਐਕਚੁਅਲੀ ਮਸੀਹ ਦੀ ਤਰਬੀਅਤ ਨੂੰ ਨਹੀਂ ਅਪਣਾਇਆ ਹੋਇਆ ਅਤੇ ਅਸੀਂ ਆਪਣੇ ਆਪ ਨੂੰ, ਆਪਣੇ ਦਿਲ ਨੂੰ ਖੁੱਲ੍ਹਾ ਛੱਡਿਆ ਹੋਇਆ ਦੁਨੀਆਦਾਰੀ ਦੀ ਕਿਸੇ ਵੀ ਜਿਹੜੀ ਚਾਲ ਆ ਉਹਦੇ ਵਿੱਚ ਉਹਨੂੰ ਖੁੱਭਣ ਨੂੰ, ਡੁੱਬਣ ਨੂੰ। ਅਤੇ ਫਿਰ ਕੀ ਹੈਗਾ, ਸੂਨਰ ਔਰ ਲੇਟਰ ਅਸੀਂ ਜਿਹੜਾ ਅਸਲੀ ਮਤਲਬ ਰੰਗ ਆ ਉਹ ਬਾਹਰ ਨਿਕਲ ਆਏਗਾ। ਜਿਸ ਤਰ੍ਹਾਂ ਦੇਖੋ ਕਿ ਇਹ ਰਿੰਗ ਜਿਹੜੀ ਇਹ ਆਰਟੀਫਿਸ਼ਲ ਰਿੰਗ ਹੈਗੀ ਸੀਗੀ, ਅਤੇ ਇਹਨੂੰ ਮੈਂ ਥੋੜ੍ਹੀ ਦੇਰ ਲਈ ਪਾਈ ਰੱਖਿਆ ਤਾਂ ਮੈਨੂੰ ਕਿਸੇ
ਨੇ ਕਿਸੇ ਪਰਸਨ ਨੇ ਗਿਫਟ ਕੀਤਾ ਸੀ, ਤੇ ਜਦੋਂ ਮੈਂ ਇਹਦੇ ਤੇ ਪਾਣੀ ਲੱਗਿਆ ਤੇ ਇਹਦਾ ਜਿਹੜਾ ਅਸਲ ਰੰਗ ਹੈ ਉਹਦੇ ਵਿੱਚੋਂ ਬਾਹਰ ਨਿਕਲ ਰਿਹਾ। ਤਾਂ ਇਸੇ ਤਰ੍ਹਾਂ ਤੇ ਅਸੀਂ ਸਿੱਖ ਰਹੇ ਹਾਂ ਕਿ ਜਿਹੜਾ ਦਿਲ ਆ, ਅਗਰ ਅਸੀਂ ਇਹਨੂੰ ਖੁਦਾ ਦੇ ਕਲਾਮ ਨਾਲ ਨਹੀਂ ਭਰਦੇ ਤਾਂ ਜਿਹੜਾ ਮਤਲਬ ਸ਼ੈਤਾਨੀ ਆਪਣਾ ਅਸਲੀ ਰੰਗ ਜਿਹੜਾ ਉਹਦੇ ਉੱਤੇ ਸਾਡੇ ਰੂਪ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਤੇ ਅਸੀਂ ਇਸ ਦੁਨੀਆ 'ਚ ਹੁੰਦੇ ਹੋਏ ਵੀ ਆਪਣੀਆਂ ਜਿਹੜੀਆਂ ਇਮੋਸ਼ਨਸ ਭਾਵਨਾਵਾਂ ਦੇ ਕਬਜ਼ੇ ਵਿੱਚ, ਕੰਟਰੋਲ 'ਚ ਚਲੇ ਜਾਂਦੇ ਹਾਂ ਤੇ ਅਸੀਂ ਗਵਾਚ ਜਾਂਦੇ ਹਾਂ। Contrary to what the word says, following the heart is the worst thing a person can do. How can a young man clean his way? By taking heed according to your word. Psalm 119:9. But this doesn't apply to the young people. Keeping watch according to the word of God is the safest way to keep yourself pure and consequently saved regardless of your age. ਹੁਣ ਇੱਥੇ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਬੁਰੀਆਂ ਗੱਲਾਂ ਸਾਨੂੰ ਸਾਡੇ ਦਿਲ ਦੇ ਵਿੱਚ ਇੱਛਾਵਾਂ ਪੈਦਾ ਹੁੰਦੀਆਂ ਹਨ, ਉਹਦੇ ਵਿੱਚ ਅਸੀਂ ਇੱਕ ਜ਼ਬੂਰ 119 ਦੀ 9ਵੀਂ ਆਇਤ ਨੂੰ ਵੀ ਦੇਖਿਆ ਕਿ ਜਵਾਨ ਭਲਾ ਕਿਸ ਤਰ੍ਹਾਂ ਕਾਇਮ ਸਾਫ਼ ਰੱਖੇਗਾ ਆਪਣਾ ਰਾਹ, ਤੇ ਜਿਹਦੇ ਵਿੱਚ ਇਹ ਗੱਲ ਸਿਰਫ ਇਕੱਲੇ ਜਵਾਨ ਲਈ ਨਹੀਂ, ਇਹ ਵੱਡਿਆਂ ਦੂਸਰਿਆਂ ਲਈ ਵੀ ਹੈਗੀ, ਉਸ ਤੋਂ ਛੋਟਿਆਂ ਲਈ ਵੀ ਹੈਗੀ, ਦੁਨੀਆ ਦੇ ਹਰ ਉਸ ਇਨਸਾਨ ਲਈ ਆ ਜਿਹੜਾ ਚਾਹੁੰਦਾ ਹੈ ਕਿ ਨਜਾਤ ਉਹਦੀ ਜ਼ਿੰਦਗੀ ਦੇ ਵਿੱਚ, ਮਤਲਬ ਇਹ ਨਹੀਂ ਕਿ ਸਿਰਫ ਇੱਕ ਸਰਟੀਫਿਕੇਟ ਆ ਕਿ ਜਿਹੜਾ ਤੁਸੀਂ ਲੈ ਲਿਆ ਤੇ ਤੁਸੀਂ ਉੱਤੇ ਪਹੁੰਚਣਾ, ਨਹੀਂ, ਉਹ ਤੁਹਾਡੇ ਕੋਲੇ ਉਹ ਤਾਜ ਆ ਜਿਹੜਾ ਤੁਸੀਂ ਲੁੱਕ ਆਫਟਰ ਕਰੋਗੇ ਤੇ ਨਹੀਂ ਗਵਾਚੇਗਾ। ਅਗਰ ਤੁਸੀਂ ਇਮੈਜਿਨ ਕਰੋ ਕਿ ਤੁਹਾਡੇ ਕੋਲ ਬੜਾ ਅੱਛਾ ਹੀਰਿਆਂ ਦਾ ਕੋਈ ਬਹੁਤ ਇੰਪੋਰਟੈਂਟ ਤਾਜ ਆ ਜਾਂ ਹਾਰ ਆ ਤੇ ਉਹ ਤੁਹਾਡੇ ਗਲੇ ਦੇ ਵਿੱਚ ਆ, ਪਰ ਤੁਹਾਨੂੰ ਕੀ ਲੱਗਦਾ ਚੋਰ ਨੂੰ ਨਹੀਂ ਦਿਸਦਾ ਕਿ ਉਹ ਤੁਹਾਡੇ ਗਲੇ ਦੇ ਵਿੱਚ, ਉਹ ਕੁਛ ਵੀ ਕਰਕੇ ਉਹ ਹਾਰ ਨੂੰ ਹਥਿਆਉਣ ਦੀ ਕੋਸ਼ਿਸ਼ ਕਰੇਗਾ। ਮੈਨੂੰ ਇੱਥੇ ਇੱਕ ਛੋਟੀ ਜਿਹੀ ਸਟੋਰੀ ਯਾਦ ਆ ਰਹੀ ਆ, ਮੈਂ ਛੋਟੇ ਹੁੰਦਿਆਂ ਉਹ ਪੜ੍ਹੀ ਸੀ, ਮੈਂ ਮੇਰੇ ਖਿਆਲ ਚੌਥੀ 'ਚ ਹੋਵਾਂਗੀ। ਉਹਦੇ ਵਿੱਚ ਸੀਗਾ ਕਿ ਇੱਕ ਲੇਲਾ ਤੇ ਚੋਰ, ਠੱਗ ਤੇ ਚੋਰ, ਤੇ ਉਹਦੇ ਵਿੱਚ ਕਿ ਇੱਕ ਬੱਚੇ ਨੇ, ਛੋਟੇ ਜਿਹੇ ਬੱਚੇ ਨੇ ਇੱਕ ਨਾ ਲੇਲੇ ਨੂੰ ਪਕੜਿਆ ਹੋਇਆ ਹੁੰਦਾ ਤੇ ਉਹ ਲੇਲਾ ਘਰੋਂ ਬਾਹਰ ਲੈ ਕੇ ਜਾ ਰਿਹਾ ਹੁੰਦਾ, ਤੇ ਤਿੰਨ ਜਿਹੜੇ ਚੋਰ ਆ ਠੱਗ, ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਇਸ ਬੱਚੇ ਕੋਲੋਂ ਇਹ ਜਿਹੜਾ ਲੇਲਾ ਆ ਇਹ ਖੋਹ ਲਈਏ ਤੇ ਅੱਜ ਦਾ ਜਿਹੜਾ ਸਾਡਾ ਆ ਖਾਣਾ ਪੀਣਾ ਭੋਜਨ ਇਹਦੇ ਨਾਲ ਹੋਏਗਾ। ਉਹਨਾਂ ਨੇ ਸਲਾਹ ਪਕਾਈ ਕਿ ਕਿਸ ਤਰ੍ਹਾਂ ਬੱਚੇ ਨੂੰ ਕੰਟਰੋਲ ਕੀਤਾ ਜਾਵੇ। ਉਹਨਾਂ ਵਿੱਚੋਂ ਇੱਕ ਜਾਣੇ ਇੱਕ ਬੱਚੇ ਨੂੰ ਜਾ ਕੇ ਕਹਿੰਦਾ ਇਹ ਕਾਕਾ ਤੂੰ ਇਹ ਕੁੱਤਾ ਕਿਉਂ ਚੁੱਕੀ ਜਾਂਦਾ? ਉਹ ਕਹਿੰਦਾ ਨਹੀਂ, ਇਹ ਲੇਲਾ ਹੈ। ਉਹ ਕਹਿੰਦਾ ਨਹੀਂ ਤੈਨੂੰ ਜ਼ਰੂਰ ਭੁਲੇਖਾ ਲੱਗਿਆ, ਕੁੱਤਾ ਹੈ। ਉਸ ਤੋਂ ਪਿੱਛੋਂ ਉਹ ਵਿਚਾਰਾ 5 ਕਦਮ ਗਿਆ, ਇੱਕ ਦੂਸਰਾ ਠੱਗ ਉਹਦੇ ਕੋਲ ਆ ਜਾਂਦਾ ਚੋਰ, ਉਹ ਆ ਕੇ ਕਹਿੰਦਾ ਬੇਟੇ ਤੈਨੂੰ ਕੀ ਗੱਲ ਹੈ ਕਿ ਤੂੰ ਕੁੱਤੇ ਨੂੰ ਚੁੱਕਿਆ, ਕੁੱਤਾ ਬਿਮਾਰ ਹੈ? ਉਹ ਕਹਿੰਦਾ ਨਹੀਂ, ਇਹ ਕੁੱਤਾ ਨਹੀਂ ਆ, ਇਹ ਤੇ ਲੇਲਾ ਹੈ। ਤੇ ਉਹ ਫਿਰ ਦੁਬਾਰਾ ਉਹਨੇ ਲੇਲੇ ਨੂੰ ਘੁੱਟ ਕੇ ਪਕੜ ਲਿਆ ਤੇ ਅੱਗੇ ਤੁਰ ਪਿਆ, ਤੇ ਹਜੇ 5 ਕਦਮ ਨਹੀਂ ਚੱਲਿਆ, ਤੀਸਰਾ ਬੰਦਾ ਆ ਕੇ ਕਹਿੰਦਾ ਕਾਕਾ ਤੈਨੂੰ ਇੰਨਾ ਸੋਹਣਾ ਬੱਚਾ ਹੈ ਤੇ ਕੁੱਤੇ ਨੂੰ ਨਹੀਂ ਚੁੱਕੀਦਾ ਕਿਉਂਕਿ ਕੁੱਤੇ ਤਾਂ ਜਿਹੜੇ ਨਾਪਾਕ ਹੁੰਦੇ ਨੇ। ਉਹ ਬੱਚੇ ਨੇ ਲੇਲੇ ਨੂੰ ਵਗਾ ਕੇ ਮਾਰਿਆ। ਐਗਜ਼ੈਕਟਲੀ ਇਹੀ ਉਹ ਚਾਹੁੰਦਾ ਸੀ। ਤੋ ਠੱਗ ਨੇ ਫਟਾਫਟ ਲੇਲੇ ਨੂੰ ਚੁੱਕਿਆ, ਉਹ ਤਿੰਨਾਂ ਨੇ ਰਲ ਕੇ ਉਹਦੇ ਕੋਲੋਂ ਲੈ ਲਿਆ। ਪਰ ਜਿਸ ਤਰ੍ਹਾਂ ਅਸੀਂ ਇੱਥੇ ਦੇਖਦੇ ਹਾਂ ਕਿ ਉਸ ਬੱਚੇ ਨੇ ਉਹਨਾਂ ਠੱਗਾਂ ਦੇ ਦਾ ਟਾਕਰਾ ਨਹੀਂ ਕਰ ਸਕਿਆ, ਉਹ ਇਸੇ ਤਰ੍ਹਾਂ ਜਿਹੜੀ ਸਾਡੀ ਨਜਾਤ ਆ ਸਾਨੂੰ ਉਹਦੇ ਲਈ ਬੱਚੇ ਨਹੀਂ ਬਣਨਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਤਾਕਤਵਰ ਭਾਵ ਖੁਦਾ ਦੇ ਵਿੱਚ ਸਿੱਖੇ ਹੋਏ ਸਮਝੇ ਹੋਏ ਹਰ ਵਕਤ ਸਾਨੂੰ ਉਹਦੀ ਜਿਹੜੀ ਆ ਮਸੀਹਤ ਦੀ ਖੁਦਾ ਦੇ ਪਾਕ ਖੂਨ ਦੇ ਵਿੱਚ ਆਪਣੇ ਆਪ ਨੂੰ ਲਿਪਟੇ ਹੋਏ ਤੇ ਉਹਦੀ ਅੱਗ ਦੇ ਵਿੱਚ ਹਰ ਵਕਤ ਆਪਣੇ ਆਪ ਨੂੰ ਰੱਖਦੇ ਹੋਏ ਰਹਿਣਾ, ਤਾਂ ਕਿ ਸਾਨੂੰ ਕੋਈ ਠੱਗ ਆ ਕੇ ਕਿਸੇ ਵੀ ਤਰੀਕੇ ਨਾਲ ਪਰਵਾਹ ਨਾ ਸਕੇ। ਇਸ ਤਰ੍ਹਾਂ ਅਸੀਂ ਅੱਗੇ ਜਾਵਾਂਗੇ। ਅਸੀਂ ਦੇਖਣਾ ਸੀ ਕਿ ਜਿਹੜੇ ਪਹਿਲੇ ਆ ਉਹ ਆਖਿਰ ਕਰ ਦਿੱਤੇ ਜਾਣਗੇ, ਜਿਹੜੇ ਆਖਿਰ ਸੀ ਉਹ ਪਹਿਲੇ ਕਰ ਦਿੱਤੇ ਜਾਣਗੇ। ਮੱਤੀ 20ਵੇਂ ਚੈਪਟਰ ਦੀ ਅਸੀਂ ਦੇਖਣੀ ਆ 14 ਤੋਂ ਲੈ ਕੇ 16 ਆਇਤਾਂ। ਪਹਿਲੇ ਮੈਂ ਤੁਹਾਡੇ ਲਈ ਇੰਗਲਿਸ਼ ਪੜ੍ਹਨੀ ਆ, ਫਿਰ ਉਸ ਤੋਂ ਪਿੱਛੋਂ ਮੈਂ ਉਹਨਾਂ ਨੂੰ ਤੁਹਾਡੇ ਲਈ ਪੰਜਾਬੀ ਦੇ ਵਿੱਚ ਪੜ੍ਹਾਂਗੀ ਗੁਰਮੁਖੀ 'ਚ। 14 ਤੋਂ ਲੈ ਕੇ 16ਵੀਂ ਆਇਤ। ਤੂੰ ਆਪਣਾ ਆਪ ਲੈ ਕੇ ਚੱਲਿਆ ਜਾ ਅਤੇ ਮੇਰੀ ਮਰਜ਼ੀ ਹੈ ਕਿ ਜਿੰਨਾ ਤੈਨੂੰ ਦਿੱਤਾ ਉਨਾ ਹੀ ਮੈਂ ਪਿਛਲੇ ਨੂੰ ਵੀ ਦਿਆਂ। ਭਲਾ ਮੇਰਾ ਅਖਤਿਆਰ ਨਹੀਂ ਕਿ ਮਾਲ ਆਪਣਾ ਮੈਂ ਜਿਹਨੂੰ ਚਾਹਾਂ ਉਹਨੂੰ ਦੇਵਾਂ, ਜੋ ਚਾਹਾਂ ਇਸ ਨਾਲ ਕਰਾਂ। ਕਿ ਤੂੰ ਇਸ ਲਈ ਮੈਨੂੰ ਬੁਰੀ ਨਜ਼ਰ ਨਾਲ ਵੇਖਦਾ ਹੈ ਕਿ ਮੈਂ ਇੱਕ ਅੱਛਾ ਇਨਸਾਨ ਹਾਂ? ਇਸੇ ਤਰ੍ਹਾਂ ਪਹਿਲੇ ਪਿਛਲੇ ਹੋਣਗੇ। ਇੱਥੇ ਇਹ ਮਜ਼ਦੂਰੀ ਦੀ ਬਰਾਬਰੀ ਤੇ ਅਸਲ ਸੇਵਾ ਜਿਹੜੀ ਵਡਿਆਈ ਉਹ ਸੇਵਾ ਵਿੱਚ ਅਸੀਂ ਇਸ ਚੈਪਟਰ ਨੂੰ ਦੇਖ ਰਹੇ ਹਾਂ। ਇਹਦੇ ਵਿੱਚ
take what's yours and go your way. I wish to give you to do this last man the same as to you. Is it not lawfully for me to do what I wish with my own things? Or is it your eye evil because I am good? So the last will be first and the first will be last. For many are called but only few are chosen. ਅਸੀਂ ਇੱਥੇ ਦੇਖਿਆ ਹੈ ਕਿ ਬਹੁਤ ਸੱਦੇ ਗਏ ਕਿ ਜਿਹੜੇ ਆਖਿਰ ਆ ਉਹ ਪਹਿਲੇ ਕੀਤੇ ਜਾਣਗੇ, ਬਹੁਤ ਬੁਲਾਏ ਗਏ, ਪਰ ਸਿਰਫ ਕੁਝ ਹੀ ਸਨ ਜੋ ਜਿਨ੍ਹਾਂ ਨੂੰ ਚੁਣਿਆ ਗਿਆ। ਅਸੀਂ ਇਹਦੇ ਵਿੱਚ ਦੇਖ ਰਹੇ ਹਾਂ ਕਿ ਖੁਦਾ ਸਾਨੂੰ ਇੱਥੇ ਸਮਝਾਉਂਦੇ ਆ ਕਿ ਅਸੀਂ ਕਈ ਵਾਰੀ ਕੀ ਹੁੰਦਾ ਹੈ ਕਿ ਆਖਿਰ ਜਿਹੜਾ ਹੈ ਨਾ ਉਹ ਪਹਿਲਾ ਹੋ ਜਾਂਦਾ। There is no justice in the kingdom of God, no injustice in the kingdom of God. The Lord Jesus compared the kingdom of heaven to the man who went out early in the morning to hire workers for his vineyard, and they agreed on a certain amount a day. A few hours later, he saw some other men hanging around the town square unemployed and hired them too. A few more hours later, he hired others. Towards the end of the day, he hired another group. ਅਸੀਂ ਇੱਥੇ ਦੇਖਦੇ ਹਾਂ ਕਿ ਖੁਦਾ ਦੀ ਬਾਦਸ਼ਾਹ ਜਿਹੜੀ ਉਹਦੇ ਵਿੱਚ ਬੇਇਨਸਾਫੀ ਨਹੀਂ ਹੈਗੀ। ਖੁਦਾਵੰਦ ਯਿਸੂ ਮਸੀਹ ਇੱਥੇ ਇੱਕ ਸਾਨੂੰ ਪਹੇਲੀ ਦੱਸਦੇ ਆ ਤਰਤੀਬ, ਉਹਦੇ ਵਿੱਚ ਕਹਿੰਦੇ ਆ ਕਿ ਖੁਦਾ ਦੀ ਬਾਦਸ਼ਾਹ ਜਿਹੜੀ ਆ ਉਹ ਉਸ ਤਰ੍ਹਾਂ ਦੀ ਆ ਕਿ ਜਿੱਦਾਂ ਸਵੇਰੇ ਸਵੇਰੇ ਇੱਕ ਜਿਹੜਾ ਕੰਮ ਕਰਵਾਉਣ ਵਾਲਾ ਠੇਕੇਦਾਰ ਉਹ ਆਪਣੇ ਖੇਤ ਜਿਹੜਾ ਉਹਦਾ ਵਾਈਨ ਦਾ ਖੇਤ ਹੈਗਾ ਆ ਉੱਥੇ ਜਾਵੇ ਅਤੇ ਉਹਨੇ ਕੁਛ ਲੋਕਾਂ ਨੂੰ ਕੁਛ ਘੰਟਿਆਂ ਲਈ ਉੱਥੇ ਉਹਨੇ ਉਹਨਾਂ ਨੂੰ ਦਿਹਾੜੀ 'ਤੇ ਲਿਆਂਦਾ ਹੋਏ, ਅਤੇ ਉਹ ਜਿਹੜੇ ਉੱਥੇ ਖੜ੍ਹੇ ਸੀ ਉਹਨਾਂ ਨੂੰ ਲਿਆਇਆ, ਉਹਨਾਂ ਨੇ ਕੰਮ ਉੱਤੇ ਲਾਇਆ, ਅਤੇ ਜਦੋਂ ਸਾਰਾ ਦਿਨ ਚਲਾ ਗਿਆ ਅਤੇ ਫਿਰ ਵੀ 2 ਘੰਟੇ ਰਹਿ ਗਏ ਜਾਂ 1 ਘੰਟਾ ਰਹਿ ਗਿਆ, ਅਤੇ ਕੁਛ ਖੜ੍ਹੇ ਸੀ ਉਹਨਾਂ ਨੇ ਫਿਰ ਉਹਨਾਂ ਨੂੰ ਦਿਹਾੜੀ 'ਤੇ ਲੈ ਆਂਦਾ ਅਤੇ ਉਹਨਾਂ ਨੂੰ ਵੀ ਹਾਰ ਕਰਕੇ ਉਹਨਾਂ ਦੇ ਨਾਲ ਕੰਮ ਕਰਨ ਲਾ ਦਿੱਤਾ। When he was paying the workers their wages, he began with the last and ended with the first. All of them received the same. Those who had worked for a longer period complained, thinking that they deserved more. They got an earful from the master of the vineyard and described in the verses above. The one who had been belittled were humbled. They knew they didn't deserve to be there, but those who had been working since early in the morning thought they deserved something, and their arrogance placed them last. ਇੱਥੇ ਦੇਖਿਆ ਕਿ ਜਿਹੜਾ ਇੱਥੇ ਮੈਨੇਜਰ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਓਨਰ ਆ, ਕਰਤਾ ਧਰਤਾ ਆ, ਠੇਕੇਦਾਰ, ਉਹਨੇ ਜਿਹੜਾ ਆਖਿਰ 'ਤੇ ਜਿਹਨਾਂ ਨੂੰ ਲੈ ਕੇ ਆਉਂਦਾ ਸੀ ਉਹਨੇ ਉਹਨਾਂ ਤੋਂ ਸ਼ੁਰੂ ਕੀਤਾ। ਉਹਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਮਜ਼ਦੂਰੀ ਚੁਕਾਈ। ਜਿਹਨੇ 1 ਘੰਟਾ ਕੰਮ ਕੀਤਾ ਸੀ ਉਹਨੇ ਉਹਨੂੰ ਵੀ ਜਿੰਨੀ ਉਹਦੇ ਨਾਲ ਮਿੱਥੀ ਸੀਗੀ ਉਹਨੂੰ ਚੁਕਾਈ। ਉਸ ਤੋਂ ਪਿੱਛੋਂ ਜਿਹਨਾਂ ਨੇ ਸਾਰਾ ਦਿਨ ਕੰਮ ਕੀਤਾ ਸੀ ਉਹਨਾਂ ਨੇ ਇਹਦੇ ਬਾਰੇ ਵਿੱਚ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਘੱਟ ਤੋਂ ਘੱਟ ਜ਼ਿਆਦਾ ਪੈਸੇ ਦੇਵੇ, ਨਹੀਂ ਤਾਂ ਫਿਰ ਦੂਸਰੇ ਨੂੰ ਘੱਟ ਦੇਵੇ। ਐਂਡ ਉਹਨਾਂ ਨੂੰ ਕਾਫੀ ਕੁਛ ਉਹਨਾਂ ਨੇ ਮਤਲਬ ਸੁਣਾਇਆ। ਪਰ ਇੱਥੇ ਇਹ ਦੇਖਿਆ ਕਿ ਕਿਉਂਕਿ ਜਿਹੜੇ ਬਾਅਦ ਵਿੱਚ ਆਏ ਸੀ ਉਹਨਾਂ ਨੇ ਤਾਂ ਕੁਛ ਵੀ ਨਹੀਂ ਸੋਚਿਆ ਸੀ ਕਿ ਉਹਨਾਂ ਦੇ ਕੋਲ ਹੋਏਗਾ, ਇਸ ਕਰਕੇ ਖੁਦਾ ਨੇ ਉਹਨਾਂ ਨੂੰ ਥੋੜ੍ਹੇ ਟਾਈਮ ਦੇ ਵਿੱਚ ਵੀ ਬਹੁਤ ਦੇ ਦਿੱਤਾ। ਪਰ ਜਿਹੜੇ ਸੁਬਾਹ ਦੇ ਆ ਕੇ ਕੰਮ ਕਰਨ ਲੱਗੇ ਹੋਏ ਸੀ ਉਹਨਾਂ ਦੇ ਵਿੱਚ ਇੱਕ ਹੰਕਾਰ ਆ ਗਿਆ, ਐਰੋਗੈਂਸ ਆ ਗਿਆ ਕਿ ਉਹਨਾਂ ਨੂੰ ਲੱਗਿਆ ਕਿ ਸਾਡੀ ਤਾਂ ਹੁਣ ਬੱਲੇ ਬੱਲੇ ਹੋ ਗਈ ਕਿਉਂਕਿ ਅਸੀਂ ਤਾਂ ਅੱਜ ਸਾਰਾ ਦਿਨ ਕੰਮ ਕੀਤਾ, ਅਤੇ ਉਹਨਾਂ ਦੇ ਉਸੇ ਹੰਕਾਰ ਨੇ ਉਹਨਾਂ ਨੂੰ ਛੋਟਾ ਬਣਾ ਦਿੱਤਾ, ਅਤੇ ਉਹਨਾਂ ਨੂੰ ਉਸੇ ਹੰਕਾਰ ਕਰਕੇ ਓਨਾ ਹੀ ਮਿਲਿਆ ਜਿਨ੍ਹਾਂ ਨੇ ਥੋੜ੍ਹਾ ਕੰਮ ਕੀਤਾ ਸੀ ਉਹਨਾਂ ਨੂੰ ਮਿਲਿਆ। There are people who believe that they deserve more because they've been in the church for a long time, while others feel that they don't deserve anything because they've been the church for a short while. Yet no one enters in the kingdom of God on their own merit. The kingdom belongs to the God, not to us, and we can only conquer it by faith.
We must do our best and relying on how long we've been in the church or on our knowledge of the Bible. ਅਸੀਂ ਇੱਥੇ ਹੁਣ ਵੀ ਅੱਜ ਵੀ ਕਈ ਵਾਰੀ ਦੇਖਦੇ ਹਾਂ ਕਿ ਕੁਝ ਲੋਕੀ ਆ ਜਿਹੜੇ ਚਰਚ ਵਿੱਚ ਬੜੇ ਦੇਰ ਤੋਂ ਆਉਂਦੇ ਹੋਏ ਭਾਵੇਂ ਅਸੀਂ ਕਹਿ ਵੀ ਸਕਦੇ ਕਿ ਜਿਹੜੇ ਮਸੀਹ ਘਰਾਣੇ 'ਚ ਹੀ ਪੈਦਾ ਹੋਏ ਅਤੇ ਜਿਨ੍ਹਾਂ ਦੇ ਪਿਓ ਦਾਦਿਆਂ ਦੇ ਪੜਦਾਦੇ ਵੀ ਮਸੀਹ ਆ ਅਤੇ ਕੁਛ ਲੋਕੀ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਬੜੇ ਸਦੀਆਂ ਤੋਂ ਮਸੀਹ ਨੂੰ ਜਾਣਦੇ ਹਾਂ, ਇਹ ਤਾਂ ਸਾਡੀ ਮਤਲਬ ਮਲਕੀਅਤ ਆ ਜਾਂ ਇਹ ਸਾਡੀ ਮਿਰਾਸ 'ਚ ਸਾਨੂੰ ਮਿਲਿਆ, ਅਤੇ ਇਸ ਕਰਕੇ ਸਾਨੂੰ ਤਾਂ ਜਿਹੜੀ ਹੈਵਨ ਮਤਲਬ ਖੁਦਾ ਦੀ ਬਾਸ਼ੀ ਇਹ ਤਾਂ ਸਾਡਾ ਹੱਕ ਹੈ। ਅਤੇ ਉਸ ਤੋਂ ਬਿਨਾਂ ਕੁਛ ਇਹੋ ਜਿਹੇ ਲੋਕ ਆ ਕਿ ਜਿਹੜੇ ਖੁਦਾ ਨੇ ਜਿਨ੍ਹਾਂ ਨੂੰ ਚੁਣਿਆ ਅਤੇ ਉਹ ਇੰਨੇ ਗੁਆਚੇ ਹੋਇਆਂ ਨੂੰ ਉਹਨੇ ਚੁਣ ਲਿਆ, ਇੰਨੇ ਉਹ ਮਤਲਬ ਆਪਣੇ ਆਪ ਨੂੰ ਉਹਨਾਂ ਨੇ ਨਚੀਜ਼ ਬਣਾ ਲਿਆ ਸੀ, ਇੱਥੋਂ ਤੱਕ ਕਿ ਆਪਣੇ ਆਪ ਨੂੰ ਉਹਨਾਂ ਨੇ ਖ਼ਤਮ ਵੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਅਤੇ ਖੁਦਾ ਨੇ ਜਦੋਂ ਉਹਨਾਂ ਨੂੰ ਚੁੱਕ ਲਿਆ ਅਤੇ ਉਹਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਰਾਮ, ਖੁਸ਼ੀ, ਸੁੱਖ, ਤਸੱਲੀ ਸਭ ਕੁਝ ਦੇ ਦਿੱਤਾ, ਕਿਉਂਕਿ ਖੁਦਾ ਡਿਸਾਈਡ ਕਰਦਾ ਕਿ ਮੈਂ ਕਿਹਨੂੰ ਕਿੱਥੇ ਰੱਖਣਾ ਹੈ। ਅਤੇ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੀ ਓਨ ਅੰਡਰਸਟੈਂਡਿੰਗ ਅਸੀਂ ਕਹਿੰਦੇ ਕਿ ਮੈਨੂੰ ਤਾਂ ਬਾਈਬਲ ਦੇ ਵਰਡਸ ਜ਼ਿਆਦਾ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਮੈਨੂੰ ਤਾਂ ਜੈਨੇਸਿਸ ਤੋਂ ਲੈ ਕੇ ਮੁਕਾਸ਼ਵਾ ਤੱਕ ਹਰ ਜਿਹੜੀ ਆ ਇੰਸੀਡੈਂਟ ਪਤਾ ਆ, ਪਰ ਖੁਦਾਵੰਦ ਜਿਹੜਾ ਉਹਨੇ ਸਾਡੇ ਰੱਟੇ ਲਾਏ ਹੋਏ ਦੇ ਨਾਲ ਸਾਡਾ ਨਹੀਂ ਦੇਖਣਾ ਕਿ ਕਿੰਨਾ ਅਸੀਂ ਬਿਲੋਂਗ ਕਰਦੇ ਹਾਂ ਉਹਨੂੰ, ਉਹਨੇ ਤਾਂ ਸਾਡੇ ਦਿਲ ਨੂੰ ਦੇਖਣਾ ਕਿ ਸਾਡੇ ਦਿਲ ਦੀ ਤਖਤੀ ਦੇ ਉੱਤੇ ਉਹਦਾ ਨਾਂ ਲਿਖਿਆ ਜਾਂ ਫਿਰ ਦਿਲ ਦੀ ਤਖਤੀ ਉੱਤੇ ਅਸੀਂ ਉਹਦੇ ਰਹਿਣੀ ਆ, ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਹਰ ਵੇਲੇ ਸੰਭਾਲ ਕੇ ਰੱਖੇ। ਇੱਥੇ ਮੈਨੂੰ ਇੱਕ ਮੇਰਾ ਨਹੀਂ ਬਲਕਿ ਸਾਰਿਆਂ ਦਾ ਇਹੀ ਫੇਵਰਟ ਗੀਤ ਹੋਏਗਾ, ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਤੁਹਾਨੂੰ ਸਾਂਝਾ ਕਰਾਂਗੀ। मैं कमज़ोर तू ज़ोरावर प्यारे, मैं कमज़ोर तू ज़ोरावर प्यारे, तेरे फजल दी लोड़ यसू मैनू सांभ के रखी दिल दा मैं कमज़ोर यसू मैनू सांभ के रखी। ਜਦੋਂ ਅਸੀਂ ਇਸ ਤਰਬੀਅਤ 'ਚ ਆ ਜਾਂਦੇ ਹਾਂ ਨਾ, ਫਿਰ ਖੁਦਾਵੰਦ ਕਹਿੰਦਾ ਹੈ ਕਿ ਅਗਰ ਤੂੰ ਮਿੱਟੀ ਆ ਤਾਂ ਵੀ ਤੂੰ ਮੇਰਾ, ਤੂੰ ਸੋਨਾ ਹੈ ਤਾਂ ਵੀ ਤੂੰ ਮੇਰਾ, ਤੂੰ ਹੀਰਾ ਜਵਾਹਰ ਤਾਂ ਵੀ ਤੂੰ ਮੇਰਾ, ਅਗਰ ਤੂੰ ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਦਾ ਤੇ ਤਾਂ ਵੀ ਤੂੰ ਮੇਰਾ ਆ, ਕਿਉਂਕਿ ਅਸੀਂ ਇਹ ਕਬੂਲ ਕਰ ਲਿਆ ਕਿ ਮੈਂ ਤੇਰੇ ਤੋਂ ਬਿਨਾਂ ਕੁਛ ਵੀ ਨਹੀਂ। ਅਸੀਂ ਇਸ ਤਰ੍ਹਾਂ ਅੱਗੇ ਜਾਣੇ ਦੇਖਦੇ ਹਾਂ। ਦੇਰ ਆਰ ਪੀਪਲ ਹੂ ਬਿਲੀਵ ਦੈਟ ਦੇ ਡਿਜ਼ਰਵ ਮੋਰ, ਕੀਪ ਯੂਰ ਫੇਥ ਅਲਾਈਵ, ਓਬੇ all those who were willing and obeyed were rewarded. Those who thought they deserved more ended up being last, but those who understood that they were there because of their master's goodness and not because they deserved it were honored and ended up being first. Let those who have ear hear by faith not by merit। ਅਸੀਂ ਜਿਹੜਾ ਅੱਜ ਦਾ ਜਿਹੜਾ ਚੈਪਟਰ ਹੈ ਇਹਦੇ ਵਿੱਚ ਅਸੀਂ ਦੇਖਿਆ ਆ ਕਿ ਸਾਡੀ ਖੁਦਾ ਦੀ ਹਜ਼ੂਰ ਦੇ ਵਿੱਚ ਇੱਕ ਗੱਲ ਵੀ ਜਿਹੜੀ ਆ ਉਹ ਜਿਹੜੀ ਖੁਦਾ ਨੂੰ ਅਗਰ ਪਸੰਦ ਆ ਜਾਂਦੀ ਹੈ ਅਤੇ ਉਹ ਸਾਡੀਆਂ ਸਾਰੀਆਂ ਜਿਹੜੀਆਂ ਗੁਨਾਹਾਂ ਨੂੰ ਵੀ ਮਾਫ਼ ਕਰ ਦਿੰਦਾ, ਅਤੇ ਇੱਕ ਗੱਲ ਵੀ ਸਾਡੀ ਅਗਰ ਉਹਨੂੰ ਨਾ ਪਸੰਦ ਆ ਜਾਵੇ ਤਾਂ ਉਹ ਸਾਡੀਆਂ ਅੱਛਾਈਆਂ ਨੂੰ ਵੀ ਤਰਕ ਕਰ ਸਕਦਾ। ਅਸੀਂ ਇੱਥੇ ਡਾਕੂ ਦੀ ਗੱਲ ਦੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਦੇ ਸੂਲੀ ਸੱਜੇ ਪਾਸੇ ਜਦੋਂ ਡਾਕੂ ਖੁਦਾਵੰਦ ਯਿਸੂ ਮਸੀਹ ਨੂੰ ਆਪਣੀ ਨਰਮਾਈ ਦੇ ਨਾਲ ਇਹ ਕਹਿ ਦਿੰਦਾ ਹੈ ਕਿ ਸਾਨੂੰ ਤਾਂ ਆਪਣੀਆਂ ਗਲਤੀਆਂ ਦੀ ਸਜ਼ਾ ਮਿਲੀ ਆ, ਆਪਣੇ ਸਾਥੀ ਨੂੰ ਝਿੜਕਦਾ ਹੋਇਆ, ਅਤੇ ਇਹਨੇ ਤਾਂ ਕੋਈ ਗੁਨਾਹ ਨਹੀਂ ਕੀਤਾ ਅਤੇ ਇਹ ਵੀ ਸਾਡੇ ਨਾਲ ਇਹ ਸਜ਼ਾ ਪਾ ਰਿਹਾ, ਅਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਅਤੇ ਖੁਦਾ ਨੂੰ ਕਹਿੰਦਾ ਹੈ ਕਿ ਮੇਰਾ ਵੀ ਖਿਆਲ ਰੱਖੀ ਜਦੋਂ ਤੂੰ ਅੱਜ ਫਿਰਦੌਸ ਜਾਏਗਾ। ਇੱਥੇ ਅਸੀਂ ਚੀਜ਼ਾਂ ਦੇਖਦੇ ਹਾਂ ਕਿ ਉਹ ਨਮਰ ਹੋਇਆ, ਹਲੀਮ ਹੋਇਆ, ਉਹਨੇ ਕਿਤੇ ਨਾ ਕਿਤੇ ਗਲਤੀ ਕਰਦਿਆਂ ਹੋਇਆਂ, ਲੁੱਟਦਿਆਂ ਹੋਇਆਂ, ਲੋਕਾਂ ਨੂੰ ਮਾਰਦਿਆਂ ਹੋਇਆਂ, ਕਿਉਂਕਿ ਉਹ ਡਾਕੂ ਸੀ, ਉਹਨੇ ਸੁਣਿਆ ਹੋਇਆ ਸੀ ਖੁਦਾ ਦੇ ਵਚਨ ਨੂੰ, ਉਹਦੇ ਕੰਨ ਨੇ ਕਿਤੇ ਨਾ ਕਿਤੇ ਜ਼ਰੂਰ ਸੁਣਿਆ ਸੀ ਕਿ ਕੋਈ ਯਿਸੂ ਨਾਸਰੀ ਹੈ ਜਿਹੜਾ ਇਹ ਦੁਨੀਆ ਦਾ ਆਧਾਰ ਕਰਨ ਲਈ ਆਇਆ, ਅਤੇ ਉਹ ਆਸ ਵੀ ਰੱਖਦੇ ਹੋਣਗੇ ਕਿ ਜਿਹੜੇ ਰੋਮੀ ਜਿਹੜੀ ਗਵਰਨਮੈਂਟ ਆ ਉਹਨਾਂ ਤੋਂ ਸਾਨੂੰ ਛੁਟਕਾਰਾ ਵੀ ਸ਼ਾਇਦ ਮਿਲ ਜਾਏ। ਅਤੇ ਪਰ ਉਹ ਇੱਕ ਵਕਤ ਆ ਗਿਆ ਜਦੋਂ ਤੇ ਉਹਨੇ ਉਹ ਸਾਰਾ ਜੋ ਵੀ ਉਹਦੇ ਕੋਲ ਸੁਣਿਆ ਸਮਝਿਆ ਸੀਗਾ ਉਹ ਸਾਰਾ ਐਕਸਰਸਾਈਜ਼ ਹੋ ਗਿਆ, ਅਤੇ ਉਹਨੇ ਜੀ ਉਹ ਉਸ ਲਾਸਟ ਮੂਮੈਂਟ 'ਤੇ ਜਦੋਂ ਰਾਈਟ ਆਪਣੀ ਸੂਲੀ ਉੱਤੇ ਜਾਣ ਨੂੰ ਤਿਆਰ ਸੀਗਾ ਅਤੇ ਉਹਨੇ ਉਹਨੂੰ ਐਕਸਰਸਾਈਜ਼ ਕਰ ਦਿੱਤਾ, ਉਹਨੇ ਉਹਨੂੰ ਕਹਿ ਦਿੱਤਾ। ਅਤੇ ਖੁਦਾ ਲਈ ਇਹ ਕੁਛ ਮੁਸ਼ਕਿਲ ਨਹੀਂ ਹੈਗਾ ਸੀ, ਨਾ ਅੱਜ ਹੀ ਮੁਸ਼ਕਿਲ ਆ। ਉਹਨੇ ਉਸੇ ਵੇਲੇ ਉਹਨੂੰ ਕਿਹਾ ਕਿ ਤੂੰ ਅੱਜ ਹੀ ਮੇਰੇ ਨਾਲ ਸ਼ਾਮ ਨੂੰ ਉੱਥੇ
ਫਿਰਦੌਸ ਦੇ ਵਿੱਚ ਹੋਏਗਾ। ਸੋ ਇਸੇ ਤਰ੍ਹਾਂ ਜਿਹੜੇ ਆਖਰੀ ਉਹ ਪਹਿਲੇ ਕਰ ਦਿੱਤੇ ਜਾਂਦੇ ਨੇ, ਤੇ ਜਿਹੜੇ ਉਦੋਂ ਜਦੋਂ ਜਦੋਂ ਕੋਈ ਜਿਹੜੇ ਆਪਣੇ ਆਪ ਨੂੰ ਨਾ ਚੀਜ਼ ਸਮਝ ਕਹਿੰਦੇ ਕਿ ਕਹਿ ਦਿੰਦੇ ਕਿ ਜਦੋਂ ਅਸੀਂ ਆਪਣੀ ਅਸਲੀਅਤ ਜਿਹੜੀ ਆ ਉਹਨੂੰ ਅਸੀਂ ਅਪਣਾ ਲੈਂਦੇ ਹਾਂ ਕਿ ਅਸੀਂ ਕੀ ਆ, ਇੱਕ ਸਿਰਫ ਸਾਹ ਆ ਰਿਹਾ ਤੇ ਜਾ ਰਿਹਾ, ਇੱਕ ਸਿਰਫ ਘਾਹ ਜਿਹੜਾ ਸੁੱਕ ਗਿਆ ਤੇ ਬਾਅਦ ਵਿੱਚ ਕੁਛ ਵੀ ਨਹੀਂ। ਅਗਰ ਅਸੀਂ ਖੁਦਾ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਤੇ ਅਸੀਂ ਇੱਕ ਇਨਸਾਨ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹਾਂ, ਤੇ ਅਗਰ ਖੁਦਾ ਦੀ ਉਹਨਾਂ ਲੋਕਾਂ ਦੇ ਉੱਤੇ ਵੀ ਬਖਸ਼ਿਸ਼ ਹੋ ਸਕਦੀ ਹੈ ਜਿਹੜੇ ਅੱਜ ਗਲਤ ਚੀਜ਼ਾਂ ਕਰ ਰਹੇ ਨੇ, ਉਹਨਾਂ ਨੂੰ ਵੀ ਉਹਨੇ ਹੱਥ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਲਿਪਸ ਦਿੱਤੇ ਨੇ, ਕੰਨ ਦਿੱਤੇ ਨੇ, ਉਹ ਲੱਤਾਂ ਦਿੱਤੀਆਂ ਨੇ, ਉਹ ਵੀ ਸਾਹ ਲੈਂਦੇ ਨੇ, ਪਰ ਉਹ ਲੋਕਾਂ ਨੂੰ ਮਾਰਨ ਦਾ ਕੰਮ ਕਰਦੇ ਨੇ, ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਨੇ। ਅਸੀਂ ਪੌਲਸ ਰਸੂਲ ਨੂੰ ਦੇਖ ਸਕਦੇ ਹਾਂ। ਪਰ ਜਦੋਂ ਖੁਦਾ ਦੀ ਨਜ਼ਰ ਤੁਹਾਡੇ ਉੱਤੇ ਆ ਜਾਂਦੀ ਆ, ਤੁਸੀਂ ਉਹਦੀ ਚੋਣ ਦੇ, ਤੁਸੀਂ ਉਹਦੇ ਪਰ ਦੇ ਥੱਲੇ ਆ ਜਾਂਦੇ ਹੋ ਤੇ ਤੁਸੀਂ ਉਹਦੇ ਹੋ ਜਾਂਦੇ ਹੋ, ਤੁਸੀਂ ਉਹਦੇ ਰੰਗ ਵਿੱਚ ਵੱਟ ਜਾਂਦੇ ਹੋ। ਐਂਡ ਤੁਹਾਡੀ ਜਿਹੜੀ ਤੁਹਾਡੀ ਸੂਰਤ ਆ ਉਹਦੇ ਤੋਂ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਤੁਸੀਂ ਉਹਦੀ ਛੱਤਰ ਛਾਇਆ ਥੱਲੇ ਹੋ, ਤੇ ਜਦੋਂ ਤੁਸੀਂ ਉਹਦੀ ਛੱਤਰ ਛਾਇਆ ਥੱਲੇ ਆ ਗਏ ਤੁਸੀਂ ਚੁਣੇ ਗਏ ਹੋ, ਤੇ ਤੁਹਾਨੂੰ ਖੁਦਾ ਜਿਸ ਕੰਮ ਲਈ ਚਾਹੇ ਉਸ ਲਈ ਵਰਤ ਸਕਦਾ ਹੈ। ਮੈਂ ਆਸ ਕਰਦੀ ਹਾਂ ਕਿ ਅੱਜ ਦੀ ਰੋਜ਼ ਦੀ ਰੋਟੀ ਆਰ ਡੇਲੀ ਬ੍ਰੈਡ ਤੁਹਾਨੂੰ ਇਹਦੇ ਤੋਂ ਬਹੁਤ ਬਰਕਤ ਮਿਲੀ ਹੋਏਗੀ, ਕਿਉਂਕਿ ਇਹਨੂੰ ਤੁਹਾਨੂੰ ਡਿਲੀਵਰ ਕਰਦਿਆਂ ਬਹੁਤ ਜ਼ਿਆਦਾ ਆਨੰਦਿਤ ਹੋਈ ਹਾਂ ਮੈਂ। ਤੇ ਮੈਂ ਤੁਹਾਡੇ ਨਾਲ ਇੱਕ ਲਾਸਟ ਜਿਹੜੀ ਆ ਉਸ ਚੀਜ਼ ਦੇ ਨਾਲ ਇਹਨੂੰ ਖਤਮ ਕਰਾਂਗੀ ਕਿ तेरे तो बिना ना कोई भी यसू जी मेरा, तेरे तो बिना ना कोई भी, तेरे तो बिना ना कोई भी यसू जी मेरा, तेरे तो बिना ना कोई भी। आमीन।